ਏਕ ਓੰਕਾਰ ਸਤਿਗੁਰ ਪ੍ਰਸਾਦ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੁਰਦੁਆਰਾ ਸ੍ਰੀ ਤਖਤ ਸਾਹਿਬ ਜੀ ਦੇ ਵਿਖੇ ਹਜ਼ੂਰ ਨਾਭ ਕਮਲ ਰਾਜਾ ਸਾਹਿਬ ਜੀ ਦੁਆਰਾ ਤਖਤ ਰਚਨ ਦੀ ਗੱਲ ਸਾਂਝੀ ਕਰਾਂਗੇ। ਗੁਰਦੁਆਰਾ ਤਖਤ ਸਾਹਿਬ ਪਿੰਡ ਰੈਪੇ ਵਿੱਚ ਸਥਿਤ ਹੈ। ਪਿੰਡ ਰੈਪਾ ਅਪਰੇ ਤੋਂ ਕੋਈ 4-5 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇੱਕ ਦਿਨ ਮਹਾਰਾਜ ਨਾਭ ਕਮਲ ਰਾਜਾ ਸਾਹਿਬ ਰੈਪੇ ਪਿੰਡ ਸੁਰਮੁਖ ਸਿੰਘ ਦੀ ਕੋਠੜੀ ਵਿੱਚ ਬੈਠੇ ਸਨ। ਮਹਾਰਾਜ ਜੀ ਨੇ ਹੁਕਮ ਕੀਤਾ ਕਿ ਸੁਰਮੁਖ ਸਿਆਂ, ਸਾਨੂੰ ਬੁਲਾਉਣਾ ਨਹੀਂ, ਅਸੀਂ ਕਈ ਜ਼ਰੂਰੀ ਕੰਮ ਕਰਨੇ ਹਨ। ਸੁਰਮੁਖ ਸਿੰਘ ਜੀ ਨੇ 7 ਬਚਨ ਆਖ ਦਿੱਤਾ। ਮਹਾਰਾਜ ਜੀ ਨੇ ਲੱਸੀ ਦਾ ਗਿਲਾਸ ਮੰਗਵਾ ਕੇ ਛਕਿਆ ਤੇ 3 ਦਿਨ ਨਿਰਾਧਾਰ ਹੀ ਸਮਾਧੀ ਵਿੱਚ ਬੈਠੇ ਰਹੇ। ਕੁਝ ਦੇਰ ਵਾਸਤੇ 3 ਦਿਨਾਂ ਮਗਰੋਂ ਸਮਾਧੀ ਵਿੱਚੋਂ ਬਾਹਰ ਆਏ ਤੇ ਫਿਰ ਸਮਾਧੀ ਵਿੱਚ ਲੀਨ ਹੋ ਗਏ। ਸਾਵਣ ਦੇ ਦਿਨ ਸਨ, ਮੌਸਮ ਵੀ ਠੀਕ ਠਾਕ ਹੀ ਸੀ। 1 ਹਫ਼ਤੇ ਮਗਰੋਂ ਮਹਾਰਾਜ ਜੀ ਨੇ ਅੰਦਰੋਂ ਕੁੰਡੀ ਖੋਲੀ। ਅੰਦਰ ਬੜੀਆਂ ਹੀ ਮਹਾਨ ਪਵਿੱਤਰ ਹਸਤੀਆਂ ਬੈਠੀਆਂ ਸਨ। ਸੁਰਮੁਖ ਸਿੰਘ ਨੂੰ ਉਹਨਾਂ ਦੇ ਦਰਸ਼ਨ ਕਰਵਾ ਦਿੱਤੇ। ਮਹਾਰਾਜ ਜੀ ਬੋਲੇ, ਸੁਰਮੁਖ ਸਿਆਂ, ਅਸੀਂ ਉਸ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਇਹਨਾਂ ਸਭ ਵੱਡੀਆਂ ਵੱਡੀਆਂ ਹਸਤੀਆਂ ਨਾਲ ਗਏ ਸਾਂ। ਜਦੋਂ ਕੋਈ ਨਵਾਂ ਤੀਰਥ ਰਚਣਾ ਹੋਵੇ ਜਾਂ ਕੋਈ ਨਵਾਂ ਨਿਜ਼ਾਮ ਲੈ ਕੇ ਆਉਣਾ ਹੋਵੇ ਤਾਂ ਉਸ ਸਰਵ ਸ਼ਕਤੀਮਾਨ ਪਰਮੇਸ਼ਵਰ ਤੋਂ ਮਨਜ਼ੂਰੀ ਲੈਣੀ ਹੁੰਦੀ ਹੈ। ਫਿਰ ਤੀਰਥ ਰਚਿਆ ਜਾਂਦਾ ਹੈ। ਅਕਾਲ ਪੁਰਖ ਦੀ ਆਗਿਆ ਦੇ ਨਾਲ ਅਸੀਂ ਤੇਰੇ ਪਿੰਡ ਵਿੱਚ ਮਹਾਨ ਤੀਰਥ ਰਚ ਦੇਣਾ ਹੈ। ਸਾਡੀ ਮਲਕੀਅਤ ਤੇਰੇ ਪਿੰਡ ਵਿੱਚ ਹੈ। ਕੋਈ ਸਮਾਂ ਆਵੇਗਾ ਜਦੋਂ ਤੇਰੇ ਪਿੰਡ ਦਾ ਨਾਮ ਹਿੰਦੁਸਤਾਨ ਤੋਂ ਬਾਹਰ ਵਿਦੇਸ਼ਾਂ ਵਿੱਚ ਵੀ ਚਮਕੇਗਾ ਤੇ ਲੋਕ ਤੇਰੇ ਇਸ ਮਹਾਨ ਤੀਰਥ ਦੇ ਦਰਸ਼ਨ ਕਰਨ ਤੇਰੇ ਪਿੰਡ ਆਇਆ ਕਰਨਗੇ। ਤੇਰੇ ਪਿੰਡ ਦੀਆਂ ਕਹਾਣੀਆਂ ਪੜ੍ਹਿਆ ਸੁਣਿਆ ਕਰਨਗੇ। ਜਦੋਂ ਵੇਦ ਰਚੇ ਗਏ ਸਨ ਤਾਂ ਜੋ ਬਚਦੀ ਹੋਈ ਸਿਆਹੀ ਸੀ ਉਹ ਮਹਾਂਪੁਰਖਾਂ ਦੇ ਹਵਾਲੇ ਕਰ ਦਿੱਤੀ ਗਈ। ਮਹਾਂਪੁਰਖ ਜੋ ਆਖ ਦੇਣ ਉਹੀ ਸੱਚ ਹੋ ਜਾਂਦਾ ਹੈ। ਪਿੰਡ ਰੈਪਾ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਜਾਵੇਗਾ। ਜੱਗ ਲੱਗਿਆ ਕਰਨਗੇ, ਅਖੰਡ ਪਾਠ ਹੋਇਆ ਕਰਨਗੇ। ਇਸ ਤਰ੍ਹਾਂ ਮਹਾਰਾਜ ਜੀ ਨੇ ਭਵਿੱਖ ਦਾ ਸਮਾਂ ਬਿਆਨ ਕਰ ਦਿੱਤਾ। ਤੜਕੇ 4 ਕੁ ਵਜੇ ਦਾ ਟਾਈਮ ਸੀ। ਮਹਾਰਾਜ ਜੀ ਨੇ ਲੱਸੀ ਲੈ ਕੇ ਆਉਣ ਵਾਸਤੇ ਹੁਕਮ ਕੀਤਾ। ਲੱਸੀ ਛਕਣ ਤੋਂ ਬਾਅਦ ਥੋੜ੍ਹੀ ਦੇਰ ਮਹਾਰਾਜ ਜੀ ਨੇ ਸੁਰਮੁਖ ਸਿੰਘ ਜੀ ਤੇ ਕੁਝ ਹੋਰ ਸੰਗਤਾਂ ਨਾਲ ਕੁਝ ਬਚਨ ਵਿਲਾਸ ਕੀਤੇ। ਬਾਅਦ ਵਿੱਚ ਛੱਜੂ ਨੇ ਮਹਾਰਾਜ ਜੀ ਦਾ ਇਸ਼ਨਾਨ ਕਰਵਾਇਆ।
ਅੱਜ ਕਈ ਦਿਨਾਂ ਬਾਅਦ ਮਹਾਰਾਜ ਬਾਹਰ ਨਿਕਲੇ ਸਨ। ਸੰਗਤ ਦਰਸ਼ਨਾਂ ਨੂੰ ਆਉਣ ਲੱਗੀ। ਸਾਰਾ ਦਿਨ ਹੀ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਨੂੰ ਆਉਂਦੀਆਂ ਰਹੀਆਂ। ਅਗਲੇ ਦਿਨ ਮਹਾਰਾਜ ਜੀ ਤਕੀਆ ਬਾਬਾ ਬੁੱਲ੍ਹਣ ਸ਼ਾਹ ਤੇ ਬੋਹੜ ਦੇ ਥੱਲੇ ਬੈਠੇ ਸਨ। ਦੁਪਹਿਰ ਦਾ ਸਮਾਂ ਸੀ। ਕਾਫੀ ਸੰਗਤ ਵੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠੀ ਸੀ। ਭਾਈ ਵੀਰ ਸਿੰਘ ਵੀ ਖਾਲਸਾ ਬਰਾਦਰ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਇਆ। ਭਾਈ ਵੀਰ ਸਿੰਘ ਬਹੁਤ ਹੀ ਵਧੀਆ ਵਾਰਿਸ ਸ਼ਾਹ ਦੀ ਹੀਰ ਸੁਣਾਇਆ ਕਰਦਾ ਸੀ। ਮਹਾਰਾਜ ਜੀ ਨੇ ਹੁਕਮ ਕੀਤਾ ਕਿ ਸਾਨੂੰ ਹੀਰ ਸੁਣਾਓ। ਵੀਰ ਸਿੰਘ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਕਿਹੜੀ ਜਗ੍ਹਾ ਤੋਂ ਸ਼ੁਰੂ ਕਰਾਂ। ਮਹਾਰਾਜ ਜੀ ਨੇ ਆਖਿਆ ਕਿ ਜਿੱਥੋਂ ਰਾਂਝਾ ਜੋਗ ਲੈਣ ਵਾਸਤੇ ਜਾਣ ਲੱਗਦਾ ਹੈ ਉਸ ਜਗ੍ਹਾ ਤੋਂ ਸ਼ੁਰੂ ਕਰੋ। ਵੀਰ ਸਿੰਘ ਜੀ ਨੇ ਹੀਰ ਸੁਣਾਉਣੀ ਸ਼ੁਰੂ ਕੀਤੀ। ਰਾਂਝੇ ਉੱਠ ਕੇ ਟਿੱਲੇ ਦਾ ਰਾਹ ਫੜਿਆ, ਮਤਾ ਹੋਇਆ ਸੁਕਨ ਫੜਵਾਵਣੇ ਦਾ। ਕਾਫੀ ਦੇਰ ਵੀਰ ਸਿੰਘ ਹੀਰ ਸੁਣਾਉਂਦਾ ਰਿਹਾ। ਮਹਾਰਾਜ ਨੇ ਸੁਰਮੁਖ ਸਿੰਘ ਨੂੰ ਹੁਕਮ ਕੀਤਾ ਕਿ ਅੱਜ ਅਸੀਂ ਤੇਰੇ ਪਿੰਡ ਕੋਈ ਜਗ੍ਹਾ ਭਾਲਣੀ ਹੈ। ਤਖਤ ਰਚਨ ਦਾ ਦਰਗਾਹੀ ਹੁਕਮ ਹੋ ਚੁੱਕਾ ਹੈ। ਮਹਾਰਾਜ ਬੋਹੜ ਥੱਲਿਓਂ ਉੱਠ ਕੇ ਪਿੰਡ ਵਾਲੇ ਪਾਸੇ ਨੂੰ ਚੱਲ ਪਏ। ਸੰਗਤ ਪਾਤਸ਼ਾਹ ਜੀ ਦੇ ਪਿੱਛੇ ਪਿੱਛੇ ਚੱਲ ਪਈ। ਇੰਜ ਮਹਿਸੂਸ ਹੋ ਰਿਹਾ ਸੀ ਭਈ ਮਹਾਰਾਜ ਜੀ ਦੇ ਨਾਲ ਕੋਈ ਦੈਵੀ ਰੂਹਾਂ ਵੀ ਤੁਰੀਆਂ ਜਾ ਰਹੀਆਂ ਹਨ। ਵਿੱਚ ਵਿੱਚ ਮਹਾਰਾਜ ਜੀ ਉਹਨਾਂ ਨਾਲ ਵੀ ਕੋਈ ਬਚਨ ਬਿਲਾਸ ਕਰਦੇ ਜਾ ਰਹੇ ਸਨ। ਰੈਪੇ ਤੋਂ ਮਸਾਣੀ ਵੱਲ ਦੇ ਪਾਸੇ ਨੂੰ ਮਹਾਰਾਜ ਜੀ ਤੁਰੇ ਜਾ ਰਹੇ ਸਨ। ਅੱਗੇ ਜਾ ਕੇ ਮਹਾਰਾਜ ਜੀ ਇੱਕ ਜਗ੍ਹਾ ਤੇ ਜਾ ਕੇ ਨਿਗਾਹ ਥੋੜੀ ਦੇਰ ਲਈ ਟਿਕਾਈ। ਬਾਬਾ ਸੁਰਮੁਖ ਸਿੰਘ ਜੀ ਨੇ ਆਖਿਆ, ਮਹਾਰਾਜ ਇਹ 13 ਕਨਾਲ ਖੇਤ ਦਾਸ ਦਾ ਹੈ, ਆਪ ਸਾਂਭ ਲਵੋ। ਮਹਾਰਾਜ ਜੀ ਨੇ ਆਖਿਆ, ਸੁਰਮੁਖ ਸਿਆਂ ਸਾਡੀ ਮਲਕੀਅਤ ਅੱਗੇ ਹੈ। ਅੱਗੇ ਜਾ ਕੇ ਮਹਾਰਾਜ ਜੀ ਇੱਕ ਖੇਤ ਵਿੱਚ ਜਿੱਥੇ ਹੁਣ ਦਰਬਾਰ ਬਣਿਆ ਹੈ ਉਸ ਅੰਦਰ ਜਾ ਖੜੇ ਹੋਏ। ਸਾਰੀ ਸੰਗਤ ਨੂੰ ਪਿੱਛੇ ਹੀ ਰੁਕਣ ਦਾ ਇਸ਼ਾਰਾ ਕੀਤਾ। ਜਦੋਂ ਮਹਾਰਾਜ ਉਸ ਜਗ੍ਹਾ ਕੋਲ ਪਹੁੰਚੇ ਤਾਂ ਮਹਾਰਾਜ ਜੀ ਨੇ ਬਚਨ ਕੀਤਾ ਕਿ ਇਹ ਸਾਡੀ ਮਲਕੀਅਤ ਹੈ, ਜੇ ਕੋਈ ਛੱਡ ਦੇਵੇ। ਹਰੀ ਸਿੰਘ ਜੀ ਵੀ ਸੰਗਤਾਂ ਦੇ ਨਾਲ ਹੀ ਖੜੇ ਸਨ। ਉਹਨਾਂ ਨੇ ਪਾਤਸ਼ਾਹ ਅੱਗੇ ਬੇਨਤੀ ਕੀਤੀ, ਮਹਾਰਾਜ ਇਹ ਖੇਤ ਦਾਸ ਦਾ ਹੈ। ਮਹਾਰਾਜ ਜੀ ਨੇ ਹੁਕਮ ਕੀਤਾ, ਹਰੀਆ ਇਹ ਸਾਰਾ ਖੇਤ ਛੱਡ ਦੇ। 9 ਕਨਾਲ ਤੇ ਕੁਝ ਮਰਲੇ ਜਗ੍ਹਾ ਸੀ। ਹਰੀ ਸਿੰਘ ਜੀ ਨੇ ਮਹਾਰਾਜ ਜੀ ਦੇ ਅੱਗੇ ਮੱਥਾ ਟੇਕ ਦਿੱਤਾ। ਮਹਾਰਾਜ ਜੀ ਨੇ ਗੈਂਡੇ ਦੀ ਸੋਟੀ ਦੇ ਨਾਲ ਪਹਿਲਾਂ 5 ਫੁੱਟ ਦੀ ਲਕੀਰ ਬਾਹੀ, ਫਿਰ ਇੱਕ ਵੱਡੀ ਲਕੀਰ ਮਾਰ ਦਿੱਤੀ। ਪਹਿਲੀ ਲਕੀਰ ਵਾਲੀ ਜਗ੍ਹਾ ਤੇ ਨਮਸਕਾਰ ਕਰਨ ਦਾ ਹੁਕਮ ਕੀਤਾ ਤੇ ਦੂਸਰੀ ਲਕੀਰ ਦੇ ਪਿੱਛੇ ਜੋੜਾ ਖੋਲਣ ਦਾ ਹੁਕਮ ਕੀਤਾ। ਜੋ ਛੋਟੀ ਲਕੀਰ ਸੀ ਉਸ ਉੱਪਰ 3 ਫੁੱਟ ਦਾ ਥੜਾ ਬਣਵਾਇਆ ਗਿਆ ਤੇ ਹੁਕਮ ਕੀਤਾ ਕਿ ਇਹ ਹਮਾਰਾ ਤਖਤ ਹੈ, ਇੱਥੇ ਨਮਸਕਾਰ ਕਰਨੀ। ਪ੍ਰਸ਼ਾਦ ਬਣਾਇਆ ਗਿਆ, ਵੰਡਿਆ ਗਿਆ, ਸ਼ੰਖ ਵਜਾਏ ਗਏ। ਇਸ ਤਰ੍ਹਾਂ ਮਹਾਰਾਜ ਜੀ ਨੇ ਸੰਗਤ ਦੇ ਸਾਹਮਣੇ ਆਪਣੇ ਹੱਥੀਂ ਰੈਪੇ ਤਖਤ ਦੀ ਰਚਨਾ ਕੀਤੀ। ਰੈਪੇ ਤਖਤ ਸਾਹਿਬ ਦੀ ਰਚਨਾ ਕਰਨ ਤੋਂ ਬਾਅਦ ਸੰਗਤ ਤਖਤ ਸਾਹਿਬ ਦੀ ਜਗ੍ਹਾ ਤੇ ਨਮਸਕਾਰ ਕਰਨ ਆਉਣ ਲੱਗੀ। ਮਹਾਰਾਜ ਜੀ ਜ਼ਿਆਦਾ
इस पासे ही रहन लगे। महाराज राजा साहब जी कदे बलोवाल चले जाते, कदे रैपे रहन लग जाते ते कदे मजारे चले जाते। इस तरह महाराज जी ज़्यादा इस इलाके विच ही रहन लगे, पर ज़्यादातर महाराज जी समाधि विच ही लीन रहंदे सन। महाराज जी ने इस स्थान की मलकीयत अपने परम प्यारे सेवक नाम के दाते सतगुरु अवधूत साहब जी नूं सौंप दिती अते बचन किया कि इन्हां नूं साडा ही रूप समझना है। महाराज अवधूत साहब ने अपने समय विच इस स्थान ते बड़ी भगती की ते बहुत संगत नूं महाराज जी दे चरनां नाल जोड़िया। 1905 विच महाराज जी ने इस स्थान की रचना की सी। इस तरह हौली हौली करते हुए महाराज अवधूत साहब जी ने 1960-61 विच इस स्थान ते बहुत ही सुंदर गुरुद्वारा साहब का निर्माण करवाया। इत्थे गुरु ग्रंथ साहब जी दे अखंड पाठ साहब की लड़ी भी बड़ी ही मर्यादा दे नाल चलाउंदे रहे। इस काम विच सरदार हरी सिंह दे लड़के ज्ञान सिंह अते रैपे दे एक होर गुरमुख प्रेमी बख्शीश सिंह भी महाराज अवधूत साहब जी का साथ दिंदे रहे। पहला लंगर बनाउण दी सहूलत गुरुद्वारा तखत साहब विच नहीं सी। लंगर ज्ञान सिंह दे घर तैयार हुंदा सी ते गुरुद्वारा साहब विच वरताया जांदा सी। ज्ञान सिंह दा लड़का मनजीत सिंह भी महाराज जी का बहुत सत्कार करदा सी। हुण ओह किसे बाहरले मुल्क विच सैट है, पर इंडिया आउंदा रहिंदा है ते उन्हां दा पूरा परिवार महाराज जी दे चरनां विच बनदी सेवा करदा रहिंदा है। इस तरह महाराज नाभ कंवल राजा साहब जी ने इस महान तख्त की रचना करके संगत उपर बहुत वड्डा उपकार किया। दास दे बजुर्ग बाबा राम सिंह जी ने इस तख्त ते महाराज जी की बहुत साल सेवा की है। तकरीबन 50-55 साल उन्होंने इस तख्त ते महाराज जी की सेवा करते रहे। इस स्थान ते महाराज जी की इतनी बख्शिश है कि तुहाडे जितने दुख हैं तुसी वो उत्थे छड्ड के आ सकते हो ते सुखां दीआं झोलियां भर के उत्थों ले जा सकते हो। ये साडे बजुर्ग अक्सर संगतां नूं कहा करते सन। इस स्थान ते बहुत ही चमत्कारी गल्लां वापरियां हन, जिन्हां दी चर्चा आपां अगे जदों पातशाह हुक्म करनगे तां संगतां नाल साझीआं करते रहांगे। वाहिगुरू जी का खालसा, वाहिगुरू जी की फतेह। बोले सो निहाल। सत श्री अकाल। राजा बली करो भली, राजा बली करो भली।